ਹੈਲੋ ਸਟੂਡੈਂਟਸ, ਸਾਡਾ ਚੈਪਟਰ ਚੱਲ ਰਿਹਾ ਐਟਮਸ ਐਂਡ ਮੋਲੀਕਿਊਲਸ ਯਾਨੀ ਪਰਮਾਣੂ ਅਤੇ ਅਣੂ। ਪਿਛਲੀ ਵੀਡੀਓ 'ਚ ਅਸੀਂ ਆਇਨਸ ਬਾਰੇ ਪੜ੍ਹਿਆ ਸੀਗਾ। ਆਇਨਸ ਦੋ ਤਰ੍ਹਾਂ ਦੇ ਹੁੰਦੇ ਆ, ਪੋਜ਼ੀਟਿਵ ਐਂਡ ਨੈਗੇਟਿਵ, ਹੈ ਨਾ, ਪਲੱਸ ਅਤੇ ਮਾਈਨਸ ਚਾਰਜ ਹੁੰਦਾ ਉਹਨਾਂ 'ਤੇ। ਅਤੇ ਅੱਜ ਅਸੀਂ ਕੈਮੀਕਲ ਫਾਰਮੂਲੇਜ਼ ਲਿਖਣੇ ਸਿੱਖਣੇ ਆ, ਠੀਕ ਹੈ, ਜਾਣੀ ਕਿ ਰਸਾਇਣਿਕ ਸੂਤਰ ਲਿਖਣੇ ਸਿੱਖਣੇ ਆ। ਸੋ ਰਸਾਇਣਿਕ ਸੂਤਰ ਯਾਨੀ ਕੈਮੀਕਲ ਫਾਰਮੂਲੇਜ਼ ਲਿਖਣ ਦੇ ਲਈ ਸਾਨੂੰ ਆਹ ਟੇਬਲ ਜ਼ਰੂਰ ਯਾਦ ਹੋਣਾ ਚਾਹੀਦਾ ਹੈ, ਠੀਕ ਹੈ। ਇਹ ਜਿਹੜਾ ਟੇਬਲਸ ਹੈਗਾ ਆ ਆਇਨਸ ਦਾ, ਆਇਨਸ ਦੇ ਕਿਹੜੇ ਕਿਹੜੇ ਸਿੰਬਲ ਆ, ਜਿਵੇਂ ਸੋਡੀਅਮ ਦਾ ਸਿੰਬਲ ਕੀ ਹੈ Na ਪੋਜ਼ੀਟਿਵ, ਪੋਟਾਸ਼ੀਅਮ ਦਾ ਸਿੰਬਲ ਕੀ ਹੈ K ਪੋਜ਼ੀਟਿਵ, ਕਲੋਰਾਈਡ ਦਾ ਸਿੰਬਲ ਕੀ ਹੈ Cl ਨੈਗੇਟਿਵ, ਬ੍ਰੋਮਾਈਡ ਦਾ ਸਿੰਬਲ ਕੀ ਹੈ Br ਨੈਗੇਟਿਵ, ਠੀਕ ਹੈ। ਨਾਈਟ੍ਰੇਟ ਦਾ ਸਿੰਬਲ ਕੀ ਹੈ NO3 1 ਨੈਗੇਟਿਵ। ਅਗਰ ਇਹ ਟੇਬਲ ਆਉਂਦਾ ਹੋਊਗਾ ਹਰੇਕ ਸਟੂਡੈਂਟ ਨੂੰ, ਤਾਂ ਹੀ ਉਹ ਸਟੂਡੈਂਟ ਜਿਹੜਾ ਆ ਕੈਮੀਕਲ ਫਾਰਮੂਲੇਜ਼ ਯਾਨੀ ਰਸਾਇਣਿਕ ਸੂਤਰ ਲਿਖ ਸਕਦਾ ਹੈ, ਠੀਕ ਹੈ। ਸੋ ਸਟਾਰਟ ਕਰਦੇ ਹਾਂ ਰਸਾਇਣਿਕ ਸੂਤਰ ਲਿਖਣਾ ਯਾਨੀ ਰਾਈਟਿੰਗ ਕੈਮੀਕਲ ਫਾਰਮੂਲੇ। ਇਹਦੇ 'ਚ ਸਭ ਤੋਂ ਪਹਿਲਾਂ ਆਪਾਂ ਹਾਈਡਰੋਜਨ ਕਲੋਰਾਈਡ ਐਂਡ ਮੈਗਨੀਸ਼ੀਅਮ ਕਲੋਰਾਈਡ ਦੇ ਕੈਮੀਕਲ ਫਾਰਮੂਲੇ ਲਿਖਾਂਗੇ, ਠੀਕ ਹੈ, ਯਾਨੀ ਕਿ ਹਾਈਡਰੋਜਨ ਕਲੋਰਾਈਡ ਐਂਡ ਮੈਗਨੀਸ਼ੀਅਮ ਕਲੋਰਾਈਡ ਦੇ ਆਪਾਂ ਰਸਾਇਣਿਕ ਸੂਤਰ ਲਿਖਾਂਗੇ, ਠੀਕ ਹੈ। ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਵੀ ਤੁਹਾਨੂੰ ਫਾਰਮੂਲੇ ਲਿਖਣ ਦੇ ਲਈ ਆਇਨਸ ਦੇ ਨਾਮ ਪਤਾ ਹੋਣੇ ਚਾਹੀਦੇ, ਕਿਹੜੇ ਆਇਨ 'ਤੇ ਕੀ ਸਿੰਬਲ ਹੈਗਾ ਹੈ ਅਤੇ ਉੱਤੇ ਕਿੰਨਾ ਚਾਰਜ ਹੁੰਦਾ ਹੈ, ਠੀਕ ਹੈ। ਸੋ ਹੁਣ ਤੇ ਹਾਈਡਰੋਜਨ ਕਲੋਰਾਈਡ ਆ। ਪਹਿਲਾਂ ਹਾਈਡਰੋਜਨ ਦਾ ਸਿੰਬਲ ਦੇਖੋ, ਹਾਈਡਰੋਜਨ ਆਇਨ ਕਿਹੜਾ ਹੁੰਦਾ ਹੈ, ਹਾਈਡਰੋਜਨ ਆਇਨ ਹੈ ਆ ਦੇਖੋ, ਹਾਈਡਰੋਜਨ ਲਿਖਿਆ ਹੈ H ਪੋਜ਼ੀਟਿਵ, ਹਾਈਡਰਾਈਡ ਇੱਕ ਲਿਖਿਆ H ਨੈਗੇਟਿਵ, ਦੋ ਹੈ, ਠੀਕ ਹੈ। ਸੋ ਤੁਸੀਂ ਇੱਥੇ ਕੀ ਕਰਨਾ ਹੈ, ਦੇਖਣਾ ਨਾਲ ਕੀ ਹੈ ਕਲੋਰਾਈਡ ਹੈ। ਕਲੋਰਾਈਡ ਤੁਸੀਂ ਦੇਖ ਸਕਦੇ ਹੋ ਕਲੋਰਾਈਡ 'ਤੇ Cl ਨੈਗੇਟਿਵ ਚਾਰਜ ਹੈ, ਮਤਲਬ ਉੱਪਰ ਮਾਈਨਸ ਚਾਰਜ ਹੈ Cl ਦੇ ਉੱਪਰ। ਇਟ ਮੀਨਸ ਜਿਹੜਾ ਆਪਾਂ ਹਾਈਡਰੋਜਨ ਲੈਣਾ ਹੈ ਪੋਜ਼ੀਟਿਵ ਪਾਰਟ ਲੈਣਾ ਹੈ, ਮਤਲਬ ਕਿ ਜਦੋਂ ਕੋਈ ਕੰਪਾਊਂਡ ਬਣਦਾ ਆ ਉਹਦਾ ਇੱਕ ਪੋਜ਼ੀਟਿਵ ਹੁੰਦਾ, ਇੱਕ ਨੈਗੇਟਿਵ ਹੁੰਦਾ। ਮੈਂ ਤੁਹਾਨੂੰ ਦੱਸਿਆ ਸੀਗਾ, ਠੀਕ ਹੈ, ਕਟਾਇਨ ਅਤੇ ਐਨਾਇਨ ਹੁੰਦਾ ਆ, ਜਾਣੀ ਕਿ ਧਨਾਤਮਕ ਅਤੇ ਰਿਣਾਤਮਕ ਹੁੰਦੇ ਆ। ਸੋ ਇੱਥੇ ਤੁਸੀਂ ਕੀ ਕਰਨਾ ਆ, ਅਗਰ ਕਲੋਰਾਈਡ ਨਾਲ ਨੈਗੇਟਿਵ ਪਾਰਟ ਹੈ ਤੁਸੀਂ ਹਾਈਡਰੋਜਨ ਪੋਜ਼ੀਟਿਵ ਵਾਲਾ ਲੈਣਾ ਹੈ, ਮਤਲਬ ਹਾਈਡਰੋਜਨ ਦਾ H ਪੋਜ਼ੀਟਿਵ ਲੈਣਾ। ਸੋ ਹਾਈਡਰੋਜਨ 'ਤੇ ਇੱਕ ਪੋਜ਼ੀਟਿਵ ਚਾਰਜ ਅਤੇ Cl 'ਤੇ ਇੱਕ ਮਾਈਨਸ ਚਾਰਜ ਲਿਖ ਦੇਣਾ ਤੁਸੀਂ ਪਹਿਲਾਂ। ਇੱਦਾਂ ਹੀ ਤੁਸੀਂ ਜਦੋਂ ਮੈਗਨੀਸ਼ੀਅਮ ਕਲੋਰਾਈਡ ਲਿਖਣਾ ਆ, ਠੀਕ ਹੈ, ਮੈਂ ਨਾਲ ਦੀ ਨਾਲ ਦੋ ਐਗਜ਼ਾਮਪਲਸ ਦੱਸ ਰਹੀ ਹਾਂ। ਸੋ ਮੈਗਨੀਸ਼ੀਅਮ ਕਲੋਰਾਈਡ ਦੇ ਵਿੱਚ ਦੇਖੋ, ਮੈਗਨੀਸ਼ੀਅਮ ਦਾ ਸਿੰਬਲ ਤੁਸੀਂ ਪਹਿਲਾਂ ਲਿਖ ਲੈਣਾ, ਇੱਦਾਂ ਹੀ ਫਿਰ ਕਲੋਰਾਈਡ ਦਾ ਸਿੰਬਲ ਲਿਖ ਲੈਣਾ। ਕਲੋਰਾਈਡ ਦਾ ਸੇਮ ਹੀ ਆਉਣਾ Cl ਨੈਗੇਟਿਵ, ਠੀਕ ਹੈ। ਮੈਗਨੀਸ਼ੀਅਮ ਦਾ ਚੈੱਕ ਕਰਦੇ ਹਾਂ ਕਿੰਨਾ ਹੁੰਦਾ ਹੈ, ਸਿੰਬਲ ਤਾਂ Mg ਆ, ਅਤੇ ਉੱਤੇ ਚਾਰਜ ਕਿੰਨਾ ਹੁੰਦਾ ਉਹ ਚੈੱਕ ਕਰਦੇ ਹਾਂ ਟੇਬਲ ਤੋਂ। ਆਹ ਦੇਖੋ, ਮੈਗਨੀਸ਼ੀਅਮ ਦੇ ਉੱਪਰ Mg2 ਪੋਜ਼ੀਟਿਵ, ਮਤਲਬ ਮੈਗਨੀਸ਼ੀਅਮ ਦਾ ਸਿੰਬਲ Mg ਆ ਅਤੇ ਚਾਰਜ ਕਿੰਨਾ ਹੈਗਾ ਮੈਗਨੀਸ਼ੀਅਮ ਆਇਨ 'ਤੇ 2 ਪੋਜ਼ੀਟਿਵ ਚਾਰਜ, 2 ਪਲੱਸ ਚਾਰਜ ਆ, ਠੀਕ ਹੈ। ਅਤੇ ਇੱਦਾਂ ਹੀ ਕਲੋਰਾਈਡ ਦਾ ਦੇਖੀਏ, ਇਹਦਾ ਜਿਹੜਾ ਸਿੰਬਲ ਆ Cl ਹੈ ਅਤੇ ਉੱਪਰ ਚਾਰਜ ਕਿੰਨਾ ਹੈ 1 ਮਾਈਨਸ ਹੈ, ਠੀਕ ਹੈ, ਇਹ ਲਿਖ ਲੈਣਾ ਤੁਸੀਂ। ਸੋ ਮੈਗਨੀਸ਼ੀਅਮ Mg ਲਿਖ ਕੇ ਉੱਪਰ +2 ਚਾਰਜ ਲਿਖ ਲੈਣਾ, Cl ਲਿਖ ਕੇ ਉੱਪਰ 1 ਮਾਈਨਸ ਚਾਰਜ ਲਿਖ ਲੈਣਾ। ਸੋ ਸਭ ਤੋਂ ਪਹਿਲਾ ਸਟੈਪ ਪਤਾ ਚੱਲਿਆ ਕੀ ਲਿਖਣਾ ਹੈ, ਜਿਹੜਾ ਵੀ ਫਾਰਮੂਲਾ ਹਾਈਡਰੋਜਨ ਕਲੋਰਾਈਡ ਹੈ ਤਾਂ ਹਾਈਡਰੋਜਨ ਦਾ ਸਿੰਬਲ ਲਿਖ ਕੇ ਉੱਪਰ ਚਾਰਜ ਲਿਖਣਾ, ਕਲੋਰਾਈਡ ਦਾ ਸਿੰਬਲ ਲਿਖ ਕੇ ਉੱਪਰ ਚਾਰਜ ਲਿਖ ਲੈਣਾ। ਮੈਗਨੀਸ਼ੀਅਮ ਕਲੋਰਾਈਡ ਹੈ, ਇੱਦਾਂ ਮੈਗਨੀਸ਼ੀਅਮ ਦਾ ਸਿੰਬਲ ਲਿਖ ਕੇ ਚਾਰਜ ਲਿਖ ਲੈਣਾ, ਕਲੋਰਾਈਡ ਦਾ ਸਿੰਬਲ ਲਿਖ ਕੇ ਚਾਰਜ ਲਿਖ ਲੈਣਾ। ਉਸ ਤੋਂ ਬਾਅਦ ਸੈਕਿੰਡ ਸਟੈਪ ਹੈ, ਜਿਹੜਾ ਵੀ ਉੱਪਰ ਚਾਰਜ ਹੈ, ਜਿਵੇਂ ਹਾਈਡਰੋਜਨ ਦੇ ਉੱਪਰ ਇੱਕ ਪੋਜ਼ੀਟਿਵ ਚਾਰਜ ਆ, Cl ਦੇ ਉੱਪਰ ਇੱਕ ਮਾਈਨਸ ਚਾਰਜ ਹੈ। ਸੋ ਇਹ ਜਿਹੜਾ ਇੱਕ ਦਾ ਚਾਰਜ ਜਿਹੜਾ ਹੈ ਦੂਜੇ ਦੇ ਪੈਰਾਂ 'ਚ ਜਾਣਾ, ਜਿਵੇਂ ਹਾਈਡਰੋਜਨ ਦੇ ਉੱਪਰ ਇੱਕ ਪੋਜ਼ੀਟਿਵ ਚਾਰਜ ਹੈ, ਇਹਦਾ ਚਾਰਜ Cl ਦੇ ਪੈਰਾਂ 'ਚ ਆ ਜਾਣਾ, ਅਤੇ Cl ਦੇ ਜਿਹੜਾ ਸਿਰ 'ਤੇ ਚਾਰਜ ਹੈ ਇੱਕ ਨੈਗੇਟਿਵ, ਉਹ ਦੂਜੇ ਦੇ ਪੈਰਾਂ 'ਚ ਆ ਜਾਣਾ। ਜਦੋਂ ਆਪਾਂ ਪੈਰਾਂ 'ਚ ਲਿਖਣਾ ਹੈ ਤਾਂ ਪਲੱਸ ਮਾਈਨਸ ਨਹੀਂ ਲਿਖਣਾ, ਸਿੰਪਲ ਵੈਲਿਊ ਲਿਖਣੀ ਹੈ, ਠੀਕ ਹੈ। ਜਿਵੇਂ ਹਾਈਡਰੋਜਨ ਦੇ ਉੱਪਰ ਇੱਕ ਵੈਲਿਊ ਆ ਤਾਂ ਉਹ Cl ਦੇ ਪੈਰਾਂ 'ਚ ਆ ਜਾਣਾ। Cl ਦੇ ਉੱਪਰ ਸਿਰ 'ਤੇ ਜਿਹੜਾ ਵੈਲਿਊ ਜਿੰਨਾ ਵੀ ਅੱਖਰ ਲਿਖਿਆ ਹੈ 1 ਲਿਖਿਆ ਹੈ, ਅਤੇ ਉਹ ਹਾਈਡਰੋਜਨ ਦੇ ਪੈਰਾਂ 'ਚ ਆ ਜਾਣਾ। ਜਿਵੇਂ ਆਪਾਂ ਦੇਖ ਸਕਦੇ ਹਾਂ, ਤੁਸੀਂ ਤੁਹਾਨੂੰ ਦਿਖਾ ਰਹੀ ਹਾਂ, ਹਾਈਡਰੋਜਨ ਦੇ ਇੱਕ ਚਾਰਜ ਆ ਤਾਂ ਉਹ Cl ਦੇ ਪੈਰਾਂ 'ਚ, ਕਲੋਰੀਨ ਦੇ ਇੱਕ ਹੈ ਉਹ ਵੀ H ਦੇ ਪੈਰਾਂ 'ਚ, ਠੀਕ। ਸੋ ਹਾਈਡਰੋਜਨ ਦੇ ਪੈਰਾਂ 'ਚ 1, Cl ਦੇ ਪੈਰਾਂ 'ਚ 1, H1 Cl1 ਲਿਖਤਾ। ਸੋ 1 1 ਇਸ ਕਰਕੇ ਆਪਾਂ ਇਹਨੂੰ HCl ਲਿਖ ਸਕਦੇ ਹਾਂ। ਉਸ ਤੋਂ ਬਾਅਦ ਗੱਲ ਆਉਂਦੀ ਹੈ ਮੈਗਨੀਸ਼ੀਅਮ ਕਲੋਰਾਈਡ। ਅਗਰ ਮੈਗਨੀਸ਼ੀਅਮ ਕਲੋਰਾਈਡ ਦਾ ਫਾਰਮੂਲਾ ਲਿਖਣਾ ਹੈ ਤਾਂ ਕਿਵੇਂ ਲਿਖੋਗੇ, ਪਹਿਲਾਂ ਉਹੀ ਮੈਗਨੀਸ਼ੀਅਮ 'ਤੇ 2 ਪੋਜ਼ੀਟਿਵ ਚਾਰਜ ਲਿਖ ਲੈਣਾ, Cl 'ਤੇ 1 ਮਾਈਨਸ ਚਾਰਜ ਲਿਖਣਾ। ਚਾਰਜ ਦੂਜੇ ਦੇ ਪੈਰਾਂ 'ਚ, ਇੱਕ ਦਾ ਚਾਰਜ ਦੂਜੇ ਦੇ ਪੈਰਾਂ 'ਚ ਪਾਉਣ ਲਈ ਪਲੱਸ ਮਾਈਨਸ ਨਹੀਂ ਲਿਖਣਾ, ਸਿੰਪਲ ਵੈਲਿਊ ਲਿਖਣੀ ਹੈ 2 1 3 ਜੋ ਵੀ ਲਿਖਿਆ ਹੈ ਉੱਪਰ ਸਿਰ ਦੇ ਉੱਪਰ ਲਿਖਿਆ ਹੈ, ਠੀਕ ਹੈ। ਹੁਣ ਮੈਗਨੀਸ਼ੀਅਮ ਦੇ ਉੱਪਰ ਕੀ ਲਿਖਿਆ ਟੌਪ 'ਤੇ, ਮੈਗਨੀਸ਼ੀਅਮ ਦੇ ਸਿਰ 'ਤੇ ਕੀ ਲਿਖਿਆ ਹੈ 2 ਲਿਖਿਆ ਹੈ, 2 ਪੋਜ਼ੀਟਿਵ, ਮਤਲਬ ਵੈਲਿਊ ਕਿੰਨੀ ਹੈ 2 ਆ, ਤਾਂ ਇਹ ਜਿਹੜਾ 2 ਆ Cl ਦੇ ਪੈਰਾਂ 'ਚ ਲਿਖ ਦੇਣਾ ਆਪਾਂ 2, ਠੀਕ ਹੈ। ਇਹਦੇ Cl ਦੇ ਸਿਰ 'ਤੇ ਕੀ ਹੈ 1 ਮਾਈਨਸ ਆਫ 1 ਵੈਲਿਊ ਆ, ਇਹ ਵੈਲਿਊ Mg ਦੇ ਪੈਰਾਂ 'ਚ ਲਿਖ ਦੇਣੀ, ਕੀ ਲਿਖਾਂਗੇ Mg1 Cl2, ਠੀਕ ਹੈ। Mg1 Cl2 ਲਿਖਤਾ, ਸੋ 1 ਨੂੰ ਆਪਾਂ ਹਟਾ ਸਕਦੇ ਹਾਂ, MgCl2 ਲਿਖ ਦਾਂਗੇ। ਸੋ ਇਸ ਤਰ੍ਹਾਂ ਅਗਰ ਹਾਈਡਰੋਜਨ ਕਲੋਰਾਈਡ ਦਾ ਫਾਰਮੂਲਾ ਪੁੱਛਿਆ ਜਾਂਦਾ ਹੈ, ਹਾਈਡਰੋਜਨ ਕਲੋਰਾਈਡ ਦਾ ਫਾਰਮੂਲਾ ਹੁੰਦਾ HCl,
ਮੈਗਨੀਸ਼ੀਅਮ ਕਲੋਰਾਈਡ ਦਾ ਫਾਰਮੂਲਾ ਪੁੱਛਿਆ ਜਾਂਦਾ ਉਹ ਹੁੰਦਾ MgCl2। ਠੀਕ ਹੈ, ਇਹ ਤੁਹਾਨੂੰ ਜਿਹੜੇ ਬੁੱਕ ਦੇ ਵਿੱਚ ਕੁਐਸਚਨ ਆਨਸਰ ਹੈਗੇ ਆ ਇਹ ਕਰਨੇ ਆ, ਮੈਂ ਤੁਹਾਨੂੰ ਹੁਣੇ ਸਮਝਾ ਰਹੀ ਹਾਂ। ਪੂਰੇ ਸਟੈਪ ਬਾਏ ਸਟੈਪ ਲਿਖਣਾ ਹੈ ਜਿੱਦਾਂ ਮੈਂ ਤੁਹਾਨੂੰ ਲਿਖਾਏ ਹੋਏ ਆ। ਠੀਕ ਹੈ, ਕਾਪੀਸ 'ਤੇ ਇੱਦਾਂ ਹੀ ਲਿਖਣਾ ਹੈ, ਤੁਸੀਂ ਇੱਦਾਂ ਹੀ ਵੀ ਨੋਟ ਕਰ ਸਕਦੇ ਹੋ ਐਗਜ਼ੈਕਟ ਜੋ ਮੈਂ ਤੁਹਾਨੂੰ ਦਿਖਾਇਆ ਵੀਡੀਓ 'ਚ। ਇੱਦਾਂ ਹੀ ਅੱਗੇ ਹੈਗਾ ਸਾਡੇ ਕੋਲ ਕੈਲਸ਼ੀਅਮ ਕਲੋਰਾਈਡ ਐਂਡ ਐਲੂਮੀਨੀਅਮ ਕਲੋਰਾਈਡ। ਕਲੋਰਾਈਡ ਦਾ ਸਿੰਬਲ ਹੁਣ ਤੁਹਾਨੂੰ ਯਾਦ ਹੋ ਜਾਣਾ ਚਾਹੀਦਾ Cl1 ਨੈਗੇਟਿਵ। ਠੀਕ ਹੈ, ਕੈਲਸ਼ੀਅਮ ਦਾ ਹੁੰਦਾ Ca ਉੱਪਰ ਹੁੰਦਾ 2 ਪੋਜ਼ੀਟਿਵ ਚਾਰਜ, ਐਲੂਮੀਨੀਅਮ ਦਾ ਸਿੰਬਲ ਹੁੰਦਾ Al ਉੱਪਰ ਹੁੰਦਾ 3 ਪੋਜ਼ੀਟਿਵ ਚਾਰਜ। ਠੀਕ ਹੈ, ਸੋ ਇਹ ਤੁਸੀਂ ਲਿਖ ਲੈਣਾ, ਟੇਬਲ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ, ਤਾਂ ਹੀ ਇਹ ਤੁਸੀਂ ਲਿਖ ਸਕਦੇ ਹੋ। ਠੀਕ ਹੈ, Ca2 ਪੋਜ਼ੀਟਿਵ, ਕੈਲਸ਼ੀਅਮ ਦਾ ਕਲੋਰਾਈਡ ਦਾ Cl1 ਨੈਗੇਟਿਵ, ਐਲੂਮੀਨੀਅਮ ਦਾ Al3 ਪੋਜ਼ੀਟਿਵ, ਕਲੋਰਾਈਡ ਦਾ Cl-1 ਨੈਗੇਟਿਵ। ਹੁਣ ਇਹ ਤਾਂ ਹੋ ਗਿਆ ਫਸਟ ਸਟੈਪ ਕਿ ਜਿਹੜਾ ਵੀ ਸਾਡੇ ਕੋਲ ਫਾਰਮੂਲਾ ਸਾਨੂੰ ਪੁੱਛਿਆ, ਕੈਲਸ਼ੀਅਮ ਕਲੋਰਾਈਡ ਦਾ ਫਾਰਮੂਲਾ ਪੁੱਛਿਆ ਅਸੀਂ ਉਹਦਾ ਸਿੰਬਲ ਲਿਖ ਕੇ ਉੱਪਰ ਚਾਰਜ ਲਿਖ ਕੇ ਵੈਲਿਊ ਲਿਖ ਕੇ ਚਾਰਜ ਲਿਖ ਦੇਣਾ। ਇੱਦਾਂ ਹੀ ਐਲੂਮੀਨੀਅਮ ਕਲੋਰਾਈਡ ਪੁੱਛਿਆ ਸਿੰਬਲ ਲਿਖ ਕੇ ਚਾਰਜ ਲਿਖ ਦੇਣਾ। ਠੀਕ ਹੈ, ਫਸਟ ਸਟੈਪ ਹੋ ਗਿਆ। ਦੂਜਾ ਸਟੈਪ ਕੀ ਆ, ਜਿਹੜਾ ਵੀ ਉੱਪਰ ਚਾਰਜ ਲਿਖਿਆ ਹੋਇਆ ਆ, ਅਗਰ ਕੈਲਸ਼ੀਅਮ ਦੇ ਉੱਪਰ 2 ਪੋਜ਼ੀਟਿਵ ਚਾਰਜ ਆ, ਵੈਲਿਊ 2 ਹੈ, ਉਹ ਦੂਜੇ ਦੇ ਪੈਰਾਂ 'ਚ ਲਿਖਣੀ ਹੈ। ਠੀਕ ਹੈ, ਸੋ ਕੈਲਸ਼ੀਅਮ ਦੇ ਉੱਪਰ 2 ਵੈਲਿਊ ਹੈ, 2 ਪਲੱਸ ਚਾਰਜ ਹੈ, ਵੈਲਿਊ 2 ਹੈ, ਜਿਹੜਾ 2 ਹੈ ਆਪਾਂ Cl ਦੇ ਪੈਰਾਂ 'ਚ ਲਿਖ ਦੇਣਾ। ਅਤੇ ਜਿਹੜਾ Cl ਦੇ ਉੱਪਰ 1 ਚਾਰਜ ਹੈ, 1 ਵੈਲਿਊ ਹੈ, ਉਹ Ca ਦੇ ਪੈਰਾਂ 'ਚ ਲਿਖ ਦੇਣੀ। ਸੋ ਇੱਦਾਂ ਹੀ ਐਲੂਮੀਨੀਅਮ ਕਲੋਰਾਈਡ ਦਾ ਦੇਖ ਲੈਂਦੇ ਹਾਂ। ਐਲੂਮੀਨੀਅਮ ਦੇ ਉੱਪਰ ਕਿੰਨਾ ਚਾਰਜ ਆ, 3 ਪੋਜ਼ੀਟਿਵ ਚਾਰਜ, 3 ਵੈਲਿਊ ਹੈ, ਜਿਹੜੀ 3 ਵੈਲਿਊ ਹੈ ਐਲੂਮੀਨੀਅਮ ਦੀ ਉਹ Cl ਦੇ ਪੈਰਾਂ 'ਚ 3 ਆ ਜਾਏਗਾ, ਅਤੇ Cl ਦਾ ਜਿਹੜਾ 1 ਚਾਰਜ ਆ ਉਹ Al ਦੇ ਪੈਰਾਂ 'ਚ ਆ ਜਾਏਗਾ। ਸੋ ਕੈਲਸ਼ੀਅਮ ਕਲੋਰਾਈਡ ਦਾ ਫਾਰਮੂਲਾ ਕੀ ਬਣ ਜਾਊਗਾ, ਪੈਰਾਂ 'ਚ ਜਦੋਂ ਚਾਰਜ ਲਿਖਤੇ Ca1Cl2। ਠੀਕ ਹੈ, ਕੈਲਸ਼ੀਅਮ ਕਲੋਰਾਈਡ ਦਾ ਫਾਰਮੂਲਾ ਬਣ ਗਿਆ। 1 ਨੂੰ ਆਪਾਂ ਹਟਾ ਸਕਦੇ ਹਾਂ ਤਾਂ ਕੀ ਫਾਰਮੂਲਾ ਬਣ ਸਕਦਾ ਆ, CaCl2। ਠੀਕ ਹੈ, ਕੈਲਸ਼ੀਅਮ ਕਲੋਰਾਈਡ ਦਾ ਫਾਰਮੂਲਾ ਹੁੰਦਾ CaCl2, ਇੱਦਾਂ ਬਣਦਾ ਹੈ। ਇੱਦਾਂ ਐਲੂਮੀਨੀਅਮ ਕਲੋਰਾਈਡ ਦਾ ਅਗਰ ਕੋਈ ਫਾਰਮੂਲਾ ਪੁੱਛਦਾ ਤਾਂ ਇੱਦਾਂ ਲਿਖ ਕੇ ਚਾਰਜ ਲਿਖ ਕੇ ਪੈਰਾਂ 'ਚ ਲਿਖ ਕੇ ਫਿਰ Al1Cl3, 1 ਨੂੰ ਆਪਾਂ ਹਟਾ ਸਕਦੇ ਹਾਂ। ਠੀਕ ਹੈ, ਸੋ ਕੀ ਲਿਖਣਾ ਹੈ, AlCl3। AlCl3 ਐਲੂਮੀਨੀਅਮ ਕਲੋਰਾਈਡ ਦਾ ਫਾਰਮੂਲਾ ਹੁੰਦਾ। ਠੀਕ ਹੈ, ਸੋ ਇਸ ਤਰ੍ਹਾਂ ਜਿਹੜੇ ਫਾਰਮੂਲੇ ਆ ਉਹ ਬਣਦੇ। ਉਹਦੇ ਲਈ ਤੁਹਾਨੂੰ ਉਹ ਜਿਹੜਾ ਆਇਨਸ ਵਾਲਾ ਟੇਬਲ ਹੈ ਉਹ ਤੁਹਾਨੂੰ ਪੂਰਾ ਆਉਣਾ ਚਾਹੀਦਾ, ਇਕੱਲੇ ਸਿੰਬਲ ਦੇ ਉੱਪਰ ਕੀ ਚਾਰਜ ਹੁੰਦਾ ਉਹ ਯਾਦ ਹੋਣਾ ਚਾਹੀਦਾ, ਫਿਰ ਹੀ ਤੁਸੀਂ ਕੈਮੀਕਲ ਫਾਰਮੂਲੇ ਲਿਖ ਸਕਦੇ ਹੋ। ਅੱਗੇ ਸਾਡੇ ਕੋਲ ਹੈਗੇ ਆ ਐਲੂਮੀਨੀਅਮ ਆਕਸਾਈਡ, ਕੈਲਸ਼ੀਅਮ ਆਕਸਾਈਡ ਐਂਡ ਸੋਡੀਅਮ ਆਕਸਾਈਡ। ਐਲੂਮੀਨੀਅਮ ਆਕਸਾਈਡ ਦੇ ਵਿੱਚ ਐਲੂਮੀਨੀਅਮ ਦੇ ਸਿੰਬਲ ਹੁੰਦਾ Al ਅਤੇ ਚਾਰਜ ਹੁੰਦਾ +3, Al+3। ਆਕਸਾਈਡ ਹੁੰਦਾ O-2 ਉੱਪਰ ਚਾਰਜ ਹੁੰਦਾ ਹੈ। ਠੀਕ ਹੈ, ਇੱਦਾਂ ਕੈਲਸ਼ੀਅਮ ਆਕਸਾਈਡ ਦੇ ਵਿੱਚ Ca, ਕੈਲਸ਼ੀਅਮ ਹੁੰਦਾ Ca+2। ਠੀਕ ਹੈ, ਆਕਸਾਈਡ ਹੁੰਦਾ O-2। ਇੱਦਾਂ ਅੱਗੇ ਸੋਡੀਅਮ ਆਕਸਾਈਡ ਹੈ, ਸੋਡੀਅਮ ਦਾ ਸਿੰਬਲ ਹੁੰਦਾ Na, ਸੋਡੀਅਮ ਆਇਨ ਦੇ ਉੱਪਰ 1+ ਚਾਰਜ ਹੁੰਦਾ ਆ। ਆਕਸਾਈਡ ਅਗੇਨ O-2। ਠੀਕ ਹੈ, O-2 ਚਾਰਜ ਹੁੰਦਾ। ਸੋ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਵੀ ਆਕਸਾਈਡ ਮਤਲਬ ਤਿੰਨੋਂ ਹੀ ਫਾਰਮੂਲੇਸ ਦੇ ਵਿੱਚ ਆਕਸਾਈਡ ਹੈ ਤਾਂ ਹਰੇਕ ਥਾਂ 'ਤੇ ਆਪਾਂ O-2 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 ਲਿਖਿਆ, ਤਿੰਨੋਂ ਫਾਰਮੂਲੇਸ ਦੇ ਵਿੱਚ ਨੈਗੇਟਿਵ ਪਾਰਟ ਜਿਹੜਾ ਹੈ। ਠੀਕ ਹੈ, ਸੋ ਐਲੂਮੀਨੀਅਮ ਦੇ ਉੱਪਰ ਯਾਦ ਰੱਖਣਾ Al+3 ਚਾਰਜ ਹੁੰਦਾ, ਕੈਲਸ਼ੀਅਮ ਦੇ ਉੱਪਰ +2 ਚਾਰਜ ਹੁੰਦਾ, ਸੋਡੀਅਮ ਦੇ ਉੱਪਰ +1 ਚਾਰਜ ਹੁੰਦਾ। ਠੀਕ ਹੈ, ਸੋਡੀਅਮ ਦਾ ਸਿੰਬਲ Na, ਕੈਲਸ਼ੀਅਮ Ca, ਐਲੂਮੀਨੀਅਮ Al। ਠੀਕ ਹੈ, ਸੋ ਇਹ ਸਿੰਬਲ ਅਤੇ ਚਾਰਜ ਯਾਦ ਹੋਣੇ ਚਾਹੀਦੇ। ਇਹ ਤਾਂ ਹੋ ਗਿਆ ਫਸਟ ਸਟੈਪ ਕਿ ਆਪਾਂ ਕੀ ਲਿਖਣਾ, ਸਿੰਬਲ ਲਿਖ ਕੇ ਉੱਪਰ ਚਾਰਜ ਲਿਖ ਲੈਣੇ ਹੈਗੇ ਆ। ਸੈਕਿੰਡ ਸਟੈਪ ਕੀ ਹੈ ਕਿ ਜਿਹੜੇ ਵੀ ਚਾਰਜ ਹੈਗੇ ਉਹ ਦੂਸਰੇ ਦੇ ਪੈਰਾਂ 'ਚ ਆਉਗੇ। ਜਿਵੇਂ ਐਲੂਮੀਨੀਅਮ ਆਕਸਾਈਡ ਦੇ ਵਿੱਚ ਐਲੂਮੀਨੀਅਮ ਦੇ ਉੱਪਰ +3 ਚਾਰਜ ਆ, ਮਤਲਬ ਵੈਲਿਊ ਕਿੰਨੀ ਹੈ 3 ਆ, ਤਾਂ 3 ਵੈਲਿਊ ਆਕਸੀਜਨ ਦੇ ਪੈਰਾਂ 'ਚ ਆਊਗੀ। ਅਤੇ ਜਿਹੜੇ ਆਕਸੀਜਨ ਦੇ ਸਿਰ 'ਤੇ ਚਾਰਜ ਆ 2, ਵੈਲਿਊ 2 ਹੈ ਨਾ, ਉਹਦੇ ਉੱਪਰ 2 ਵੈਲਿਊ ਲਿਖੀ ਹੋਈ ਆ, ਤਾਂ 2 ਜਿਹੜੀ ਹੈ Al ਦੇ ਪੈਰਾਂ 'ਚ ਆਊਗੀ। ਇੱਦਾਂ ਹੀ ਕੈਲਸ਼ੀਅਮ ਆਕਸਾਈਡ ਦੀ ਗੱਲ ਕਰੀਏ, ਕੈਲਸ਼ੀਅਮ ਦੇ ਉੱਪਰ ਕਿੰਨਾ ਚਾਰਜ ਆ, Ca ਦੇ ਉੱਪਰ +2 ਚਾਰਜ ਆ। ਠੀਕ ਹੈ, ਇਹ ਜਿਹੜਾ 2 ਚਾਰਜ ਆ ਆਕਸੀਜਨ ਦੇ ਪੈਰਾਂ 'ਚ ਆਏਗਾ, ਜਿਹੜਾ ਆਕਸੀਜਨ ਦੇ ਸਿਰ 'ਤੇ 2 ਚਾਰਜ ਆ ਉਹ ਕੈਲਸ਼ੀਅਮ ਦੇ ਪੈਰਾਂ 'ਚ ਆਏਗਾ। ਅਤੇ ਸੋਡੀਅਮ ਆਕਸਾਈਡ ਫਾਰਮੂਲੇ ਦੀ ਗੱਲ ਕਰੀਏ, ਉਹਦੇ 'ਚ ਸੋਡੀਅਮ ਦੇ ਸਿੰਬਲ 'ਤੇ ਕਿੰਨਾ ਚਾਰਜ ਆ, 1 ਚਾਰਜ ਆ, ਉਹਦੇ ਉੱਪਰ ਕਿੰਨਾ ਚਾਰਜ 2 ਚਾਰਜ ਆ। ਜਿਹੜਾ ਸੋਡੀਅਮ ਦੇ ਉੱਪਰ 1 ਚਾਰਜ ਆ ਉਹਦੇ ਪੈਰਾਂ 'ਚ ਜਾਏਗਾ, ਜਿਹੜਾ ਉਹਦੇ ਉੱਪਰ 2 ਚਾਰਜ ਆ ਉਹ ਸੋਡੀਅਮ ਦੇ ਪੈਰਾਂ 'ਚ ਆਏਗਾ। ਸੋ ਇਹਨਾਂ ਦੇ ਫਿਰ ਫਾਰਮੂਲੇ ਕੀ ਬਣ ਗਏ, ਐਲੂਮੀਨੀਅਮ ਆਕਸਾਈਡ ਦਾ ਬਣ ਗਿਆ Al2O3, ਕੈਲਸ਼ੀਅਮ ਆਕਸਾਈਡ ਦਾ ਬਣ ਗਿਆ Ca2O2, ਸੋਡੀਅਮ ਆਕਸਾਈਡ ਦਾ ਬਣ ਗਿਆ Na2O1। ਠੀਕ ਹੈ, ਅਤੇ ਜਿਹੜਾ ਐਲੂਮੀਨੀਅਮ ਆਕਸਾਈਡ ਹੈ ਇਹਦੇ 'ਚ 1 ਨਹੀਂ ਹੈਗਾ, ਨਾ ਕੋਈ ਕਾਮਨ ਚੀਜ਼ ਆਉਣੀ ਆ, ਸੋ ਇਹ ਤਾਂ ਫਾਰਮੂਲਾ ਇੱਦਾਂ ਹੀ ਰਹੂਗਾ। ਕੈਲਸ਼ੀਅਮ ਆਕਸਾਈਡ 'ਚ ਦੇਖੋ ਦੋਨੋਂ 2 ਆਏ ਕਾਮਨ ਨਿਕਲ ਸਕਦੇ ਆ। ਠੀਕ ਹੈ, ਸੋ 2 ਬਾਹਰ ਕੱਢ ਦੇਣਾ, ਪਿੱਛੋਂ ਕੀ ਬਚ ਜਾਣਾ 1 ਬਚ ਜਾਣਾ, ਆਪਾਂ 2 ਫਿਨਿਸ਼ ਕਰ ਦੇਣਾ ਹੈ। ਠੀਕ ਹੈ, ਤਾਂ Ca1O1, ਤਾਂ 1 ਨੂੰ ਆਪਾਂ ਹਟਾ ਦਿੰਦੇ ਹੁੰਦੇ ਹਾਂ, ਤਾਂ ਕੀ ਆ ਗਿਆ CaO, ਕੈਲਸ਼ੀਅਮ ਆਕਸਾਈਡ ਦਾ ਫਾਰਮੂਲਾ ਆ ਗਿਆ। ਇੱਦਾਂ ਸੋਡੀਅਮ ਆਕਸਾਈਡ ਦੇ ਵਿੱਚ ਕੀ ਫਾਰਮੂਲਾ Na2O1, ਮਤਲਬ O1 ਆ ਤਾਂ ਆਪਾਂ 1 ਨੂੰ ਹਟਾ ਦਿੰਦੇ ਹਾਂ, ਕਿਉਂਕਿ 1 ਦਾ ਮਤਲਬ ਅਗਰ ਆਕਸੀਜਨ ਦੇ ਨਾਲ 1 ਨਹੀਂ ਵੀ ਲਿਖਾਂਗੇ ਤਾਂ ਵੀ ਉਹੀ ਰਹਿਣਾ ਇੱਕ। ਸੋ ਆਪਾਂ 1 ਹਟਾ ਕੇ Na2O ਜਿਹੜਾ ਫਾਰਮੂਲਾ ਬਣ ਜਾਂਦਾ ਸੋਡੀਅਮ ਆਕਸਾਈਡ ਦਾ।
अगे नैक्सट है साडे कोल हाइड्रोजन सल्फाइड एंड सोडियम सल्फाइड। हाइड्रोजन सल्फाइड का की फॉर्मूला है, उन्होंने लिखण दे लई पहला हाइड्रोजन का सिंबल लिखांगे H1 पॉजिटिव, सल्फाइड S लिख के उपर -2 चार्ज, ठीक है। इधर सोडियम सल्फाइड लिखना है, अगर फॉर्मूला सोडियम का सिंबल लिखोगे Na, उपर चार्ज होंदा +1। सल्फाइड अगेन सल्फाइड हैगा इधर भी, तो S के उपर कितना चार्ज आऊगा -2। उसके बाद सैकेंड स्टैप की करते हैं आपां, ਜਿਹੜਾ एक का चार्ज हैगा सिर के उपर वो दूजे के पैरों च आंदा हुंदा। हुण हाइड्रोजन के उपर 1 है वैल्यू, वो किहदे आऊगी सल्फर के पैरों च आ जाऊगी, ठीक है। हुण जिहड़ा सल्फर के उपर वैल्यू है 2 वो हाइड्रोजन के पैरों च आ जाऊगी। इधर सोडियम सल्फाइड दे विच सोडियम Na के उपर कितना चार्ज है 1 वैल्यू हैगी आ, वो सल्फर के पैरों च आ जाऊगी। यदि सल्फर के उपर कितनी वैल्यू है 2 है, तो वो सोडियम के पैरों च आ जाऊगी, मतलब Na के पैरों च आ जाऊगी। सो कैमिकल फॉर्मूले की बन जूगे हाइड्रोजन सल्फाइड तो सोडियम सल्फाइड दे। हाइड्रोजन सल्फाइड का फॉर्मूला बनूगा H2S1, सोडियम सल्फाइड का की बन जूगा Na2S1, ठीक है। उसके बाद आप पढ़िया कि 1 आप हटा सकते हैं, क्योंकि अगर 1 ना भी लिखे तो भी सानू पता लगेगा कि S वो एक ही जुड़िया है, ठीक है। सो की लिखांगे 1 हटा के H2S तो दूसरी साइड पर Na2S, ठीक है। सो हाइड्रोजन सल्फाइड का कैमिकल फॉर्मूला की बन गया, यानी रसायनिक सूत्र की बन गया H2S, एंड सोडियम सल्फाइड का रसायनिक सूत्र की बन गया Na2S, ओके। अगे गल करिए कैल्शियम हाइड्रोक्साइड एंड मैग्नीशियम हाइड्रोक्साइड दी। देखो कैल्शियम हाइड्रोक्साइड दे विच कैल्शियम का सिंबल हुंदा है Ca, तो कैल्शियम आयन के उपर कितना चार्ज हुंदा +2 चार्ज हुंदा है। हाइड्रोक्साइड भी इदां ही OH ते उपर -1 चार्ज हुंदा, ठीक है। तो उधर मैग्नीशियम हाइड्रोक्साइड दे विच Mg+2 चार्ज मैग्नीशियम आयन का हुंदा। हाइड्रोक्साइड सेम उदा ही आऊगा OH उपर 1-, ओके। अगेन सैकेंड स्टैप वही है कि जिहड़ा एक का चार्ज है सिर ते वो दूजे के पैरों च आ जाऊगा। हुण कैल्शियम के उपर कितनी वैल्यू है 2 है, तो दूजे OH के पैरों च आ जाऊगी, तो OH ते कितना चार्ज 1 है, वो वैल्यू Ca के पैरों च आ जाऊगी। इधर मैग्नीशियम हाइड्रोक्साइड दे विच Mg के उपर +2 चार्ज आ, 2 वैल्यू है, तो ये 2 वैल्यू OH के पैरों च आ जाऊगी। OH ते कितना चार्ज आ 1 है, 1 वैल्यू आ, वो वैल्यू Mg के पैरों च आ जाऊगी। देखो हम फॉर्मूला किवें बनता आ। देखो इत्थे एक नवी चीज़ सानू देखने को मिलूगी, ब्रैकेट। ब्रैकेट कदों पानी है जदों साडे कोई अनायन जां कटायन जिहड़ा आ पॉलीएटॉमिक होए, मतलब एक एटम तो वध जुड़े होण। हुण तुसीं OH नूं देख लो, एक ऑक्सीजन जुड़िया आ ते एक हाइड्रोजन जुड़िया, फिर जाके OH बने उपर 1- चार्ज आया, ठीक है। सो जितों एक तो वध जाण एटम्स, वध के 2-3 भी हो सकते, 2 भी हो सकते, 4 भी हो सकते हैं, ठीक है। सो इत्थे किन्ने हैगे एटम्स जुड़े हुए, 2 एटम्स है। जदों 2 एटम होण या 2 तो वध एक आयन दे विच जुड़ जाण तां उदों आपां ब्रैकेट यूज़ करनी है, ठीक है। सो इत्थे देखो Ca तो इक्को ही है, कैल्शियम ही है ना, सो इत्थे तो 1 है, तो कोई ब्रैकेट नहीं यूज़ करनी। दूजे का चार्ज जिहड़ा इहदे पैरां च आ गया। उस तो बाद जिहड़ा OH है उहदे पैरां च कैल्शियम का चार्ज आना है, मतलब कैल्शियम के उपर 2 आ, OH के पैरां च आना है। सो इत्थे OH के आले दुआले ब्रैकेट पानी है, फिर जाके 2 लिखना है, ठीक है। इस गल का ध्यान रखना, पेपर च बहुत बारी आती है एग्जाम्पल कैल्शियम हाइड्रोक्साइड एंड मैग्नीशियम हाइड्रोक्साइड की, क्योंकि इतने ब्रैकेट पानी पैंती। अगर ब्रैकेट नहीं पाई तो वह गलत हो जाना, वह मतलब होना है कि ऑक्सीजन 1 है तो हाइड्रोजन 2 है। सो कैल्शियम हाइड्रोक्साइड का फॉर्मूले दे विच Ca दे नाल 1 आंदा। अगले स्टैप च आपां 1 हटा देंगे, कि लिखांगे CaOH ब्रैकेट पा के ते बाहर 2 लिख देंगे, ठीक है। ये फॉर्मूला हो गया कैल्शियम हाइड्रोक्साइड का। सो मैग्नीशियम हाइड्रोक्साइड का आपां सिंबल लिख के चार्ज चैक कर ले सीगे। हुण Mg1OH ब्रैकेट पानी है, फिर 2 लिखना है, ठीक। अगले स्टेप की करूँगे 1 हटा दूँगी। सो फॉर्मूला की बन जाऊगा MgOH ब्रैकेट दैन ट्वाइस। सो ये सी कैमिकल फॉर्मूले यानी रसायनिक सूत्र किवें लिखे जाते हैं, ठीक है। ये तुहाडे अगे भी +1 +2 अगर तुसीं साइंस रखनी है बहुत काम आने, बेस है ये साइंस का केमिस्ट्री का, ठीक है। तो पंजाबी मीडियम वालों लिए भी सेम ही फॉर्मूले है। कैल्शियम हाइड्रोक्साइड नूं पंजाबी च कैल्शियम हाइड्रोक्साइड ही बोलते हैं, मैग्नीशियम हाइड्रोक्साइड नूं मैग्नीशियम हाइड्रोक्साइड ही बोलते हैं, बस लिखते ही उन्होंने पंजाबी दे विच, ठीक है। तो जिहड़े MgOH है ये तुसीं इंग्लिश के लैटर्स लिखने हैं, ओके। ये ना होवे भी तुसीं पंजाबी च अगर इत्थे मैग्नीशियम तो Mg लिखना, पंजाबी तुसीं मम्मा जिद्दा लिखन लग जाओ, ये नहीं काम करना, ठीक है। सो जिहड़े सिंबल्स होंदे आ पंजाबी च भी इंग्लिश भी उही लिखते हैं। सो इत्थे तुहानूं इंग्लिश के लैटर्स ही लिखने पैने MgOH CaOH, ओके। सो इहदे च कोई पंजाबी नहीं वाड़नी, सिर्फ आपां लिख उपर तुसीं लिख सकदे मैग्नीशियम हाइड्रोक्साइड नूं पंजाबी दे शब्दां विच,
ओके सो ये गल का ध्यान रखना है, गलतियां नहीं करनियां। ब्रैकेट जरूर पानी है जिथे पॉलीएटॉमिक आयन्स आ जाते, मतलब दो या दो तो वध एटम्स जुड़ जाते, उत्थे ब्रैकेट पानी है, फिर जाके चार्ज की वैल्यू लिखनी है। ओके सो अज की वीडियो लिए इन्ना ही, बाकी असीं अगली वीडियो च करांगे। थैंक यू सो मच।